ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਭਾਸ਼ਾ ਚੈਨਲ 'ਤੇ ਆਪ ਸਭ ਦਾ ਸਵਾਗਤ ਹੈ। ਅੱਜ ਆਪਾਂ ਕੁਲਵੰਤ ਸਿੰਘ ਵਿਰਕ ਦੀ ਲਿਖੀ ਕਹਾਣੀ ਧਰਤੀ ਹੇਠਲਾ ਬਲਦ, ਜੋ ਕਿ 10ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤ ਵੰਨਗੀ ਵਿੱਚ ਦਰਜ ਹੈ। ਅੱਜ ਅਸੀਂ ਇਸ ਬਾਰੇ ਪੜ੍ਹਾਂਗੇ। ਪਹਿਲਾਂ ਅਸੀਂ ਕੁਲਵੰਤ ਸਿੰਘ ਵਿਰਕ ਦੇ ਜੀਵਨ ਉੱਤੇ ਇੱਕ ਝਲਕ ਮਾਰਦੇ ਹਾਂ। ਕੁਲਵੰਤ ਸਿੰਘ ਵਿਰਕ ਦਾ ਜਨਮ 1921 ਈਸਵੀ ਵਿੱਚ ਮਾਤਾ ਸ਼੍ਰੀਮਤੀ ਈਸ਼ਰ ਕੌਰ ਅਤੇ ਪਿਤਾ ਸ਼੍ਰੀ ਆਸਾ ਸਿੰਘ ਦੇ ਘਰ ਪਿੰਡ ਫੁੱਲਰਵਾਨ, ਜ਼ਿਲ੍ਹਾ ਸ਼ੇਖੂਪੁਰਾ ਵਿੱਚ ਹੋਇਆ। FC ਕਾਲਜ ਲਾਹੌਰ ਤੋਂ BA ਪਾਸ ਕੀਤੀ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ MA ਪੜ੍ਹਦਿਆਂ ਹੀ ਉਹਨਾਂ ਨੇ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਕੁਝ ਚਿਰ ਉਹਨਾਂ ਨੇ ਫੌਜ ਵਿੱਚ ਲੈਫਟੀਨੈਂਟ ਦੀ ਨੌਕਰੀ ਕੀਤੀ ਅਤੇ ਸ਼ਰਨਾਰਥੀ ਕੈਂਪਾਂ ਦੀ ਕਮਾਂਡਰੀ ਵੀ ਕੀਤੀ। ਪੰਜਾਬ ਸਰਕਾਰ ਦੇ ਮਾਸਿਕ ਪੱਤਰ ਜਾਗਰਤੀ ਦੇ ਸੰਪਾਦਕ ਵੀ ਰਹੇ। ਉਹ ਪ੍ਰੈਸ ਇਨਫੋਰਮੇਸ਼ਨ ਬਿਊਰੋ ਦੇ ਕਰਮਚਾਰੀ ਵੀ ਰਹੇ। ਵਿਰਕ ਦੇ ਕਹਾਣੀ ਸੰਗ੍ਰਹਿ ਸ਼ਾਹ ਵੇਲਾ, ਧਰਤੀ ਤੇ ਆਕਾਸ਼, ਤੂੜੀ ਦੀ ਪੰਡ, ਦੁੱਧ ਦਾ ਛੱਪੜ, ਏਕਸ ਕੇ ਹਮਵਾਰੀ, ਗੋਲਾ, ਨਵੇਂ ਲੋਕ ਆਦਿ ਹਨ। ਉਹਨਾਂ ਦੀਆਂ ਕਹਾਣੀਆਂ ਦੇਸ਼ ਵੰਡ ਸੰਬੰਧੀ ਹਨ। ਵਿਰਕ ਨੂੰ ਨਿੱਕੀ ਕਹਾਣੀ ਦਾ ਵੱਡਾ ਲੇਖਕ ਕਰਕੇ ਜਾਣਿਆ ਜਾਂਦਾ ਹੈ। ਵਿਰਕ ਨੂੰ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਨਵੇਂ ਲੋਕ ਕਹਾਣੀ ਸੰਗ੍ਰਹਿ ਉੱਤੇ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਕਰਤਾਰ ਸਿੰਘ ਧਾਲੀਵਾਲ ਅਵਾਰਡ ਮਿਲਿਆ। ਭਾਸ਼ਾ ਵਿਭਾਗ ਪਟਿਆਲਾ ਨੇ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦਾ ਪੁਰਸਕਾਰ ਦਿੱਤਾ। ਧਰਤੀ ਹੇਠਲਾ ਬਲਦ ਇਹਨਾਂ ਦੀ ਬਹੁਤ ਚਰਚਿਤ ਕਹਾਣੀ ਹੈ। ਇਸ ਨੂੰ ਟੈਲੀਵਿਜ਼ਨ ਦੇ ਰੂਪਾਂਤਰਨ ਕਰਕੇ ਦਿਖਾਇਆ ਗਿਆ ਹੈ। ਹੱਥਲੀ ਪਾਠ ਪੁਸਤਕ ਵਿੱਚ ਉਹਨਾਂ ਦੀ ਇਸ ਕਹਾਣੀ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਦਾ ਨਾਂ ਹੈ ਧਰਤੀ ਹੇਠਲਾ ਬਲਦ। ਕਹਾਣੀ ਬਾਰੇ। ਧਰਤੀ ਹੇਠਲਾ ਬਲਦ ਵਿਰਕ ਦੇ ਕਹਾਣੀ ਸੰਗ੍ਰਹਿ ਦੁੱਧ ਦਾ ਛੱਪੜ ਵਿੱਚੋਂ ਲਈ ਗਈ ਹੈ। ਇਸ ਕਹਾਣੀ ਵਿੱਚ ਬਾਪੂ ਜੀ, ਜੋ ਕਰਮ ਸਿੰਘ ਫੌਜੀ ਦਾ ਪਿਤਾ ਹੈ, ਦੀ ਧੌਲ ਵਰਗੀ ਜਰਨ ਸ਼ਕਤੀ ਮਤਲਬ ਬਰਦਾਸ਼ਤ ਕਰਨੇ ਕੀ ਸ਼ਕਤੀ ਦਾ ਵਿਖਾਲਾ ਕੀਤਾ ਹੈ। ਉਸ ਦੇ ਸ਼ਹੀਦ ਹੋਏ ਫੌਜੀ ਪੁੱਤਰ ਦਾ ਦੋਸਤ ਮਾਨ ਸਿੰਘ, ਜੋ ਆਪਣੇ ਦੋਸਤ ਦੀ ਮੌਤ ਤੋਂ ਬੇਖਬਰ ਹੈ, ਘਰ ਮਹਿਮਾਨ ਵਜੋਂ ਆਉਂਦਾ ਹੈ। ਜਦੋਂ ਮਾਨ ਸਿੰਘ ਆਪਣੇ ਦੋਸਤ ਦੀਆਂ ਫੌਜ ਦੀ ਵਿੱਚ ਮਚਾਈਆਂ ਧੂਮਾਂ ਦੀ ਗੱਲ ਕਰਦਾ ਹੈ, ਉਸ ਸਮੇਂ ਪਿਤਾ ਦੇ ਦਿਲ ਵਿੱਚ ਭਾਵੇਂ ਦਾਤੀਆਂ ਵੱਜਦੀਆਂ ਹਨ, ਪਰ ਉਹ ਘਰ ਆਏ ਮਹਿਮਾਨ ਦੇ ਸਵਾਗਤ ਵਿੱਚ ਕਿਸੇ ਕਿਸਮ ਦੀ ਫਿੱਕ ਨਹੀਂ ਪੈਣ ਦੇਣਾ ਚਾਹੁੰਦਾ। ਉਹ ਅਤੇ ਉਸ ਦਾ ਸਾਰਾ ਪਰਿਵਾਰ ਉਸ ਦੀ ਚੁੱਪ ਚਪੀਤੇ ਖਾਤਰਦਾਰੀ ਕਰੀ ਜਾਂਦੇ ਹਨ। ਉਹਨਾਂ ਦੀ ਇਹ ਚੁੱਪ ਮਾਨ ਸਿੰਘ ਨੂੰ ਖਟਕਦੀ ਹੈ। ਮਾਨ ਸਿੰਘ ਨੂੰ ਡਾਕੀਏ ਦੇ ਆਉਣ 'ਤੇ ਜਦੋਂ ਸੱਚਾਈ ਦਾ ਪਤਾ ਲੱਗਦਾ ਹੈ ਤਾਂ ਉਹ ਬਾਪੂ ਦੀ ਤੁਲਨਾ ਧਰਤੀ ਹੇਠਲੇ ਬਲਦ ਨਾਲ ਕਰਦਾ ਹੈ। ਧਰਤੀ ਹੇਠਲਾ ਬਲਦ मतलब धरती के नीचे जो बैल है, जो एक दंत कथा बनी हुई है कि धरती को जो नीचे एक बैल ने संभाल रखा है, जिसने सारी धरती का भार अपने ਸਿੰਘਾਂ 'ਤੇ ਚੁੱਕਿਆ ਹੋਇਆ ਹੈ। ਤਾਂ ਹੁਣ ਅਸੀਂ ਕਹਾਣੀ ਪੜ੍ਹਾਂਗੇ। ਸ਼ੁਰੂ ਕਰਦੇ ਹਾਂ। ਠੱਠੀ ਖਾਰਾ ਪਿੰਡ ਅੰਮ੍ਰਿਤਸਰ ਦੇ ਨੇੜੇ ਹੀ ਸੀ। ਪੱਕੀ ਸੜਕ 'ਤੇ ਜਿਸ ਦੇ ਮੌਜ ਵਿੱਚ ਮਾਨ ਸਿੰਘ ਜਾ ਰਿਹਾ ਸੀ, ਉਸ ਵਿੱਚ ਜੇ ਦੂਰ ਦੇ ਪਿੰਡ ਵੀ ਨੇੜੇ ਲੱਗਦੇ ਨੇ। ਇਸ ਲਈ ਭਾਵੇਂ ਸ਼ਾਮ ਹੋ ਰਹੀ ਸੀ ਤੇ ਤਾਂਗੇ ਦੇ ਥੱਕੇ ਹੋਏ ਘੋੜੇ ਦੀ ਟਾਪ ਵੀ ਮੱਠੀ ਹੋ ਰਹੀ ਸੀ। ਮੱਠੀ ਮਤਲਬ ਧੀਮੀ। ਉਸ ਨੂੰ ਕੋਈ ਚਿੰਤਾ ਨਹੀਂ ਸੀ। ਮਾਨ ਸਿੰਘ ਛੁੱਟੀ 'ਤੇ ਆਇਆ ਹੋਇਆ ਫੌਜੀ ਸੀ। ਠੱਠੀ ਖਾਰਾ ਉਹਦੇ ਯਾਰ ਕਰਮ ਸਿੰਘ ਦਾ ਪਿੰਡ ਸੀ। ਜਿੰਨੀਆਂ ਗੂੜ੍ਹੀਆਂ ਯਾਰੀਆਂ ਫੌਜ ਵਿੱਚ ਲੱਗਦੀਆਂ ਨੇ, ਇੰਨੀਆਂ ਹੋਰ ਕਿਧਰੇ ਨਹੀਂ ਲੱਗਦੀਆਂ। ਕਿਧਰੇ ਮਤਲਬ ਕहीं ਵੀ। ਪਹਿਲਾਂ ਤਾਂ ਉਸ ਦੋਵੇਂ ਆਪਣੇ ਰੈਜੀਮੈਂਟਲ ਸੈਂਟਰ ਵਿੱਚ ਇਕੱਠੇ ਰਹੇ ਤੇ ਹੁਣ ਇੱਕੋ ਬਟਾਲੀਅਨ ਵਿੱਚ ਬਰਮਾ ਫਰੰਟ 'ਤੇ ਲੜ ਰਹੇ ਸਨ। ਕਰਮ ਸਿੰਘ ਪਹਿਲਾਂ ਤਾਂ ਭਾਰਤੀ ਸੀ ਤੇ ਹੁਣ ਹੌਲਦਾਰੀ ਕਰਦਾ ਸੀ। ਪਰ ਮਾਨ ਸਿੰਘ ਮਸਾਂ ਨਾਇਕੀ ਤੱਕ ਹੀ ਅਪੜਿਆ ਮਤਲਬ ਪਹੁੰਚਿਆ। ਕਰਮ ਸਿੰਘ ਬਾਰੇ ਇੱਕ ਖਾਸ ਗੱਲ ਇਹ ਸੀ ਕਿ ਉਸ ਦੀ ਜੀਭ ਵਿੱਚ ਬੜਾ ਰਸ ਸੀ, ਮਤਲਬ ਉਹ ਬਹੁਤ ਮੀਠਾ ਬੋਲਦਾ ਤਾ। ਪਿੰਡ ਦੇ ਕਈ ਮੁੰਡੇ ਵੀ ਫੌਜ ਵਿੱਚ ਸਨ। ਜਦੋਂ ਛੁੱਟੀ ਆਉਂਦੇ ਤਾਂ ਪਿੰਡ ਦੇ ਬੰਦਿਆਂ ਨਾਲ ਉਹਨਾਂ ਦੀ ਗੱਲ ਵਾਹਿਗੁਰੂ ਜੀ ਕੀ ਫਤਿਹ ਤੋਂ ਅੱਗੇ ਨਾ ਤੁਰਦੀ। ਪਰ ਜਦੋਂ ਕਰਮ ਸਿੰਘ ਪਿੰਡ ਆਉਂਦਾ ਤਾਂ ਖੂਹ 'ਤੇ ਨਹਾਉਣ ਵਾਲਿਆਂ ਦੀਆਂ ਭੀੜਾਂ ਵੱਧ ਜਾਂਦੀਆਂ। ਸਿਆਲ ਦੀ ਅੱਧੀ ਰਾਤ ਲੋਕ ਠੰਡੀ ਹੋ ਰਹੀ ਦਾਣੇ ਭੁੰਨਣ ਵਾਲੀ ਭੱਠੀ ਦੇ ਸੇਕ ਆਸਰੇ ਕਰਮ ਸਿੰਘ ਦੀਆਂ ਗੱਲਾਂ ਸੁਣਦੇ ਰਹਿੰਦੇ। ਪਿਛਲੀ ਰੈਜੀਮੈਂਟ ਵਿੱਚ ਉਹਦੀ ਰਾਈਫਲ ਦਾ ਨਿਸ਼ਾਨਾ ਬੜਾ ਮਸ਼ਹੂਰ ਸੀ। ਨਿਸ਼ਾਨਾ ਮਾਰਨ ਦੇ ਮੁਕਾਬਲਿਆਂ ਵਿੱਚ ਉਹਦੀ ਗੋਲੀ ਨਿਸ਼ਾਨੇ ਦੇ ਇਸ ਤਰ੍ਹਾਂ ਵਿਚਕਾਰੋਂ ਲੰਘਦੀ ਜਿਵੇਂ ਆਪ ਹੱਥ ਨਾਲ ਫੜ ਕੇ ਲੰਘਾਈ ਗਈ ਹੋਵੇ। ਹੁਣ ਲੜਾਈ ਵਿੱਚ ਉਹਦੇ
ਪੱਕੇ ਨਿਸ਼ਾਨੇ ਨੇ ਕਈ ਦੂਰ ਲੁਕੇ ਹੋਏ ਦਰਖਤਾਂ ਦੇ ਟਾਹਣ ਵਿੱਚ ਦਿਸਦੇ ਜਾਪਾਨੀ ਡੇਗੇ ਸਨ। ਇਸ ਤਰ੍ਹਾਂ ਉਹ ਜਾਪਾਨੀ ਨਿਸ਼ਾਨਚੀਆਂ ਦੀਆਂ ਗੋਲੀਆਂ ਨਾਲ ਮਾਰੇ ਗਏ ਆਪਣੇ ਆਦਮੀਆਂ ਦੇ ਬਦਲੇ ਚੁਕਾਉਂਦਾ ਤੇ ਆਪਣੀ ਪਲਟਨ ਦਾ ਦਿਲ ਠੰਡਾ ਕਰਦਾ। ਜਿੱਥੇ ਮਸ਼ੀਨ ਗਨਾਂ ਦੀਆਂ ਗੋਲੀਆਂ ਦੀਆਂ ਵਾਛੜਾਂ ਨਿਸ਼ਫਲ ਸਨ, ਉੱਥੇ ਕਰਮ ਸਿੰਘ ਦੀ ਇੱਕ ਗੋਲੀ ਕੰਮ ਸੁਆਰ ਦਿੰਦੀ। ਹੁਣ ਕਰਮ ਸਿੰਘ ਦੇ ਹੱਡ ਭਾਵੇਂ ਪੁਰਾਣੇ ਹੁੰਦੇ ਜਾਂਦੇ ਸਨ, ਪਰ ਜਦੋਂ ਉਹ ਜਿਮਨਾਸਟਿਕ ਦੇ ਡੰਡਿਆਂ 'ਤੇ ਖੇਡਾਂ ਕਰਦਾ ਤਾਂ ਵੇਖਣ ਵਾਲਿਆਂ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਉਸ ਨੂੰ ਕੋਈ ਭੂਤ ਚਿੰਬੜ ਗਿਆ ਹੋਵੇ। ਇਸੇ ਲੜਾਈ ਵਿੱਚ ਤੇ ਖੈਰ ਇਹ ਸਭ ਕੁਝ ਬੰਦ ਸੀ, ਹੋਰ ਵੀ ਬਹੁਤ ਕੁਝ ਬੰਦ ਸੀ। ਕਦੀ ਕਸੀਆਂ ਹੋਈਆਂ ਵਰਦੀਆਂ ਪਾ ਕੇ ਬੈਂਡ ਨਾਲ ਪਰੇਡ ਨਹੀਂ ਕੀਤੀ ਸੀ। ਕੋਈ ਬਾਜ਼ਾਰ ਨੇੜੇ ਨਹੀਂ ਸੀ ਜਿੱਥੇ ਮੁਫਤੀ ਪਾ ਕੇ ਕੋਈ ਜਾ ਸਕੇ। ਕਦੇ ਕੋਈ ਪਿੰਡ ਜਾਂ ਇਲਾਕੇ ਦਾ ਬੰਦਾ ਨਹੀਂ ਸੀ ਦਿਸਦਾ। ਇਸ ਕਰਕੇ ਜਦੋਂ ਮਾਨ ਸਿੰਘ ਦੀ ਛੁੱਟੀ ਦੀ ਵਾਰੀ ਆਈ ਤਾਂ ਕਰਮ ਸਿੰਘ ਬੜਾ ਔਖਾ ਹੋਇਆ ਸੀ ਤੇ ਉਹਨੂੰ ਵੀ ਛੁੱਟੀ ਮਿਲ ਜਾਂਦੀ ਤਾਂ ਦੋਵੇਂ ਇਕੱਠੇ ਜਾਂਦੇ। ਸ਼ਾਇਦ ਇਕੱਠੇ ਹੀ ਛੁੱਟੀਆਂ ਗੁਜ਼ਾਰਦੇ ਤੇ ਫਿਰ ਇਕੱਠੇ ਹੀ ਮੁੜ ਆਉਂਦੇ। ਅੰਮ੍ਰਿਤਸਰ ਤੋਂ ਚੂੜਕਾਣਾ ਕਿਹੜਾ ਦੂਰ ਸੀ, 50 ਕੋਹਾਂ ਦੀ ਵਿੱਥ ਨਹੀਂ ਸੀ। ਭਾਵੇਂ ਪਹਿਲੇ ਨੂੰ ਮਾਝਾ ਤੇ ਦੂਜੇ ਨੂੰ ਬਾਹਰ ਆਖਦੇ ਸਨ, ਭਾਵੇਂ ਪਹਿਲਾ ਮੁੱਢ ਕਦੀਮਾ ਤੋਂ ਮਤਲਬ ਆਦਿ ਕਾਲ ਤੋਂ ਵਸਿਆ ਹੋਇਆ ਸੀ ਤੇ ਦੂਸਰੇ ਨੂੰ ਜੰਮੇ ਕਿ ਵਸਿਆ ਅਜੇ ਥੋੜ੍ਹਾ ਚਿਰ ਹੀ ਹੋਇਆ ਸੀ। ਪਰ ਛੁੱਟੀ ਇਹਨਾਂ ਦਿਨਾਂ ਵਿੱਚ ਬੜੀ ਔਖੀ ਮਿਲਦੀ ਸੀ। ਕਦੀ ਕਦੀ ਜਿਸ ਤਰ੍ਹਾਂ ਲੜਾਈ ਵਿੱਚ ਬਹਾਦਰੀ ਦੇ ਤਮਗੇ ਕਦੀ ਕਦੀ ਹੀ ਕਿਸੇ ਨੂੰ ਮਿਲਦੇ ਹਨ। ਤੇ ਜਦੋਂ ਮਾਨ ਸਿੰਘ ਨੂੰ ਪਿਛਾਂਹ ਨੂੰ ਆਉਂਦੇ ਫੌਜੀ ਟਰੱਕ ਵਿੱਚ ਬੈਠਣ ਲੱਗਾ ਤਾਂ ਕਰਮ ਸਿੰਘ ਨੇ ਕਿਹਾ, ਸਾਡੇ ਘਰ ਵੀ ਹੁੰਦਾ ਆਵੀਂ ਤੂੰ। ਮੇਰੇ ਕੋਲੋਂ ਆਏ ਨੂੰ ਜਦੋਂ ਤੈਨੂੰ ਘਰ ਦੇ ਵੇਖਣਗੇ ਤਾਂ ਅੱਧਾ ਮੇਲ ਤਾਂ ਉਹਨਾਂ ਦਾ ਹੋ ਜਾਏਗਾ। ਫਿਰ ਉਹਨਾਂ ਕੋਲੋਂ ਆਏ ਨੂੰ ਮੈਂ ਤੈਨੂੰ ਵੇਖਾਂਗਾ ਤੇ ਤੇਰੇ ਕੋਲੋਂ ਉਹਨਾਂ ਦੀਆਂ ਗੱਲਾਂ ਬਾਤਾਂ सुनागा तो आधा मेल मेरा भी हो जाएगा। मतलब कि जैसे घर वाले उससे करम सिंह के पास से मान सिंह जाएगा तो उनका आधा मिलाप हो जाएगा, क्योंकि उनके बेटे का दोस्त है, वहीं से आया है। फिर अपने इलाके में उसकी दिलचस्पी ਵਧਾਉਣ ਲਈ ਉਸ ਪੁੱਛਿਆ ਤੇ ਅੱਗੇ ਕਦੇ ਉਧਰ ਗਿਆ ਹੈ ਕਿ ਨਹੀਂ। नहीं ਅੰਮ੍ਰਿਤਸਰ ਵਿੱਚੋਂ ਹੀ ਲੰਘਿਆ ਹਾਂ। ਅੰਮ੍ਰਿਤਸਰ यानी अमृतसर ਪਰਾਂ ਤੇ ਕਦੀ ਵੀ ਨਹੀਂ ਗਿਆ। ਉਧਰਲੇ ਗੁਰਦੁਆਰੇ ਨੇ तरन खडूर साहब गोइंदवाल साहब सारी थाई मत्था टेक के आवी, नाले साडे घरों हो आवी। मैं चिट्ठी पा दूँ उन्होंने। तो इस करके अपनियां छुट्टियां मुक्कण दे नेड़े अज टांगे ते चढ़िया करम सिंह दे पिंड जा रहा सी। बापू जी मैं मान सिंह हाँ चूड़ कानियो। उसने करम सिंह दी ड्योडी विच बैठे बाबे नूं हथ जोड़ के कहा, मतलब उसके पिता से मिला। आओ जी आया नूं, आओ बैठ जाओ। मान सिंह अंदर लंघ के मंजी ते बह गया। मंजी यानी चारपाई पे। उस दे आउण करके बाबा कुछ औखा लगदा सी। औखा मतलब वो थोड़ा परेशान लग रहा था, थोड़ा डिस्टर्ब लग रहा था। पहला तो इधर उधर वेख रहा सी, पर हुण उसने चुपचाप नीवी पा ली। मतलब नीचे देखने लगे। मान सिंह काले सुभाअ दा सी, पर अपनी इस आओ भगत ते उस नूं बड़ी हैरानी हुई। हो सकदा है ये कोई ओपरा आदमी होवे। तुसी करम सिंह दे बाप हो, उसने चंगी मिलने की मांग करते हुए कहा। मतलब उसको लग रहा था कि मेरे साथ उनका व्यवहार कुछ अजीब लग रहा है, वो इतने अच्छे तरीके से नहीं मिले। आहो जी ये ओदा ही घर है। उस वेरे मेरे बारे तुहानू कोई चिट्ठी लिखी सी। हाँ उस लिखिया सी भई तुसी आओगे साडे कोल। ते बुढ़ा उठ के वेड़े वाल तुर पिया। एक कट्टी मतलब जो छोटी बच्ची होती है भैंस की, उसने खोल के दूसरे किले ते वधा। फिर उसके पिंडे ते हथ फेरिया। पिंडे मतलब उसके शरीर पे ते फिर उसनू अपना हथ चट्टन लई दिता। फिर अंदर जाके मान सिंह दे आउण दा पता दिता ते चाह लियाउण लई आख्या। ते जिस तरह मुड़ के ड्योडी विच आउण तो डरदा होवे, वो फिर बेड़े विच वधी घोड़ी कोल खलो गया मतलब खड़ा हो गया। उसदे अगे तूड़ी नूं हिलाया, होर छोले लिया के विच पाए ते अखीर मुड़ के ड्योडी विच आ गया। बाबा हुण वधेरे अपने आप विच सी। वो मान सिंह वाल ते सज्जे खब्बे ही झाक रहा सी। जसवंत सिंह कित्थे है? मान सिंह नूं पता सी कि करम सिंह दे निक्के भरा दा नां जसवंत सिंह है। हुणे आ जांदा है चरी दी गड्ड लैके, मतलब वो पशुओं के लिए चारा लेने गया है। इन्ने नूं करम सिंह दी बेबे चाह लैके आ गई। बेबे जी सत श्री अकाल। मान सिंह ने हसदियां अखां नाल बुढ़ी वल वेख्या। बुढ़ी दे होठ कुछ कहण लई फरके मतलब हिले, पर कोई अखर ना बना सके। मान सिंह ने चाह वाली गड़वी यानी कि गड़वी बोला गया जो एक लोटा होता है, ते कौली बेबे दे हथों फड़ लई ते वो वापस चली गई।
ये मझैल किस तरह के आदमी हैं। मझैल यानी कि माझा इलाके के माझे वाले मतलब जो लोग थे उनको बोल रहा है। मान सिंह हैरान हो रहा सी, ਆਪਣੇ ਵਿੱਚ ਉਹ बड़ा तंग सी, पर ਹੁਣ करम सिंह ਦੇ घर आके वापस थोड़ा जा सकता सी। चलो एक रात रह के वापस मुड़ चलांगे, ਉਹ फैसला किया। रात ਨੂੰ ਜਦੋਂ ਜਸਵੰਤ ਸਿੰਘ ਆਇਆ ਤਾਂ ਇਸ ਰੌਣਕ ਵਿੱਚ ਕੁਝ ਗੱਲਾਂ ਬਾਤਾਂ ਖੁੱਲੀਆਂ ਹੋਣ ਲੱਗੀਆਂ। ਬੜੀ ਮਸ਼ਹੂਰ ਹੋਈ ਏ ਗੋਲੀ ਕਰਮ ਸਿੰਘ ਦੀ। ਉੱਥੇ ਬਰਮਾ ਦੀ ਲੜਾਈ ਵਿੱਚ ਬਸ ਉਹਦੇ ਘੋੜਾ ਦਿਵਾਣ ਦੀ ਦੇਰ ਹੁੰਦੀ ਹੈ। ਅੱਖ ਦੇ ਫੋਰ ਵਿੱਚ ਇੱਕ ਜਾਪਾਨੀ ਹੇਠਾਂ ਲੇਟ ਜਾਂਦਾ ਹੈ। ਸਾਨੂੰ ਨਾਲ ਤੁਰਦਿਆਂ ਪਤਾ ਵੀ ਨਹੀਂ ਲੱਗਦਾ ਉਸ ਲੱਭ ਕਿੱਥੋਂ ਲਿਆ। ਮਾਨ ਸਿੰਘ ਇੱਥੇ ਰੁਕ ਗਿਆ ਇਸ ਉਮੀਦ 'ਤੇ ਕਿ ਉਹ ਸਾਰੇ ਬਰਮਾ ਦੀ ਲੜਾਈ ਦੀਆਂ ਬਹੁਤ ਸਾਰੀਆਂ ਗੱਲਾਂ ਪੁੱਛਣਗੇ। ਉਸ ਦਾ ਅੰਦਰ ਗੱਲਾਂ ਨਾਲ ਭਰਿਆ ਪਿਆ ਸੀ, ਪਰ ਇੱਥੇ ਤਾਂ ਕੋਈ ਸੁਣਦਾ ਹੀ ਨਹੀਂ ਸੀ। ਕੁਝ ਚਿਰ ਇਸ ਤਰ੍ਹਾਂ ਹੀ ਰਹੀ। ਫਿਰ ਬੁੱਢੇ ਨੇ ਜਸਵੰਤ ਸਿੰਘ ਨੂੰ ਕਿਹਾ, ਆਪਣੀ ਵਾਰੀ ਕਦੋਂ ਏ ਪਾਣੀ ਦੀ? परसों 3 वजे सवेरे लगनी है। 3 वजे सवेरे का ना सुन के मान सिंह ने फिर गल छेड़ी। वो अपने यार दियाँ रज के गल्लां करनियाँ चाहता सी। मतलब वो हर बात पे अपने दोस्त की बात कर रहा था, और जो घर वाले होते हैं वो उसकी बात को बिल्कुल भी तवज्जो नहीं देते, बिल्कुल भी ध्यान से नहीं सुनते। होर गल ते गल करम सिंह पैर रात उठण तो तां बच गया। फौज ਵਿੱਚ ਸਵੇਰੇ ਉੱਠਣ ਦਾ ਬੜਾ ਆਲਸ ਹੈ, ਉਹਨੂੰ ਸਾਰਿਆਂ ਤੋਂ ਪਿੱਛੋਂ ਉੱਠਦਾ ਹੈ ਉੱਥੇ। ਇਸ ਨਾਲ ਵੀ ਕਿਸੇ ਦਾ ਉਤਸ਼ਾਹ ਨਾ ਜਾਗਿਆ। ਫਿਰ ਰੋਟੀ ਆਈ। ਉਹਨਾਂ ਕਾਫੀ ਉਚੇਚ ਕੀਤਾ ਹੋਇਆ ਸੀ। ਨਾਲ ਨਾਲ ਜਸਵੰਤ ਸਿੰਘ ਉਹਨੂੰ ਰੋਟੀ ਖਾਂਦੇ ਨੂੰ ਪੱਖਾ ਚੱਲ ਰਿਹਾ ਸੀ। ਉਹਦਾ ਇਹ ਖਿਆਲ ਕਿ ਉਹ ਉਸ ਵੱਲ ਧਿਆਨ ਨਹੀਂ ਦੇ ਰਹੇ ਦਿਲੋਂ ਨਿਕਲ ਗਿਆ। ਰੋਟੀ ਖਾਂਦਿਆਂ ਖਾਂਦਿਆਂ ਕਰਮ ਸਿੰਘ ਦਾ ਨਿੱਕਾ ਜਿਹਾ ਮੁੰਡਾ ਤੁਰਦਾ मतलब उसके पास आ गया चलता हुआ। मान सिंह ਦੀ ਮੰਜੀ ਕੋਲ ਆ ਗਿਆ ਤੇ ਉਹ ਹੋਰ ਕਿਸੇ ਨਾਲ ਕਰਮ ਸਿੰਘ ਦੀਆਂ ਗੱਲਾਂ ਨਹੀਂ ਸੀ ਕਰ ਸਕਦਾ ਤਾਂ ਉਸਦੇ ਮੁੰਡੇ ਨਾਲ ਤਾਂ ਕਰ ਸਕਦਾ ਸੀ। ਮਾਨ ਸਿੰਘ ਨੇ ਉਸਨੂੰ ਕੁੱਛੜ ਚੁੱਕ ਲਿਆ, मतलब अपनी गोद में ले लिया। ਓਏ ਆਪਣੇ ਬਾਪੂ ਕੋਲ ਚੱਲਣਾ ਹੀ ਜਾਣਾ ਤਾਂ ਚੱਲ ਮੇਰੇ ਨਾਲ, ਬੜਾ ਮੀਂਹ ਪੈਂਦਾ ਉੱਥੇ ਪਾਣੀ ਵਿੱਚ ਤੁਰਿਆ ਫਿਰੀ। ਮਾਨ ਸਿੰਘ ਦੀ ਇਹ ਗੱਲ ਬਾਪੂ ਨੂੰ सूल वांग चुभी। मतलब उनको बिल्कुल भी अच्छी नहीं लगी। उनको अच्छी क्यों नहीं लग रही थी ये हम आगे कहानी में हमें पता चलेगा। आ फड़ लै मुंडे नूं, उधर रख, रोटी तो खा लैन दिया करो आराम नाल, बापू ने जरा तेज हो के कहा ते बेबे आके मुंडा चुक के लै गई। हुण तां घर ਦੀ ਹਵਾ ਵਿੱਚ ਮਾਨ ਸਿੰਘ ਨੂੰ ਸਾਹ ਲੈਣਾ ਵੀ ਔਖਾ ਹੋ ਰਿਹਾ ਸੀ। ਇੱਧਰ ਦਾ ਪੈਂਡਾ ਮਤਲਬ ਰਸਤਾ ਮੁਕਾ ਕੇ ਉਸ ਦਾ ਛੇਤੀ ਮੁੜਨ ਨੂੰ ਜੀ ਕਰਦਾ ਸੀ। ਉਸ ਆਪਣੇ ਅਗਲੇ ਦਿਨ ਦੇ ਚੱਕਰ ਬਾਰੇ ਪੁੱਛ-ਗਿੱਛ ਆਰੰਭੀ। ਇੱਥੋਂ ਤਰਨ ਤਾਰਨ ਕਿੰਨਾ ਹੈ? 4 ਕੋ ਪੈਂਡਾ ਏ। ਟਾਂਗਾ ਮਿਲ ਜਾਂਦਾ ਹੋਵੇਗਾ ਸਵੇਰੇ ਹੀ। ਟਾਂਗੇ ਟੂੰਗਿਆਂ ਦਾ ਕੋਈ ਫਿਕਰ ਨਾ ਕਰ, ਤੂੰ ਜਸਵੰਤ ਨੂੰ ਤੇਰੇ ਨਾਲ ਘੱਲਾਂਗੇ ਮਤਲਬ ਭੇਜेंगे। ਦੋਵੇਂ ਭਰਾ ਇਕੱਠੇ ਹੀ ਮੱਥਾ ਟੇਕ ਆਇਓ ਸਾਰੇ। इस गल ते मान सिंह राजी सी। जसवंत सिंह एडा घुटिया होया बंदा नहीं सी, पर मान सिंह दे नाल टुरदियां वो भी कुछ घुटिया ही गया। ਜਿਹੜੇ ਜਾਣੂ ਬੰਦੇ ਉਹਨੂੰ ਰਾਹ ਵਿੱਚ ਮਿਲਦੇ ਉਹ ਉਹਨਾਂ ਨੂੰ ਦੂਰੋਂ ਹੀ ਫਤਿਹ ਬੁਲਾ ਕੇ ਗਾਂਹ ਟੁਰ ਪੈਂਦਾ। ਭਾਵੇਂ ਮਾਨ ਸਿੰਘ ਦਾ ਜੀ ਕਰਦਾ ਸੀ ਕਿ ਉਹ ਆਪ ਖਲੋ ਕੇ ਲੋਕਾਂ ਨਾਲ ਗੱਲਾਂ ਬਾਤਾਂ ਕਰੇ। ਉਸਨੇ ਕਿਹੜਾ ਰੋਜ਼ ਇਸ ਪਾਸੇ ਆਉਣਾ ਸੀ। ਕਰਮ ਸਿੰਘ ਨੇ ਤਾਂ ਬੜਾ ਜਸ ਖੱਟਿਆ ਫੌਜ ਵਿੱਚ। ਤੂੰ ਕਿਉਂ ਨਾ ਫੌਜ ਵਿੱਚ ਗਿਆ? ਮਾਨ ਸਿੰਘ ਨੇ ਫਿਰ ਕਰਮ ਸਿੰਘ ਨੂੰ ਅੱਗੇ ਲੈ ਕੇ ਆਂਦਾ। ਜਸਵੰਤ ਸਿੰਘ ਇੱਕਦਮ ਇਕੱਠਾ ਹੋ ਗਿਆ, ਜਿਵੇਂ ਕੋਈ ਚੋਰੀ ਕਰਦਾ ਫੜਿਆ ਜਾਂਦਾ ਹੈ। ਕੁਝ ਠਹਿਰ ਕੇ ਉਸਨੇ ਕਿਹਾ, ਇੱਕ ਥੋੜਾ ਹੈ ਫੌਜ ਵਿੱਚ? मतलब एक काफ़ी नहीं है क्या? चरियाँ कमाद किड्डे हो गए ने अपने वाल। मतलब जो पशुओं का चारा होता है उसके बारे में पूछ रहा है जसवंत सिंह मान सिंह से। एक चरी दी पैली कोलों लंघदियां जसवंत सिंह ने गल बुलाई। बंदे जिड्डे खड़े ने। उसका दिल इस गल वाल नहीं सी। उसने अपने यार दियाँ गल्लां करनियाँ चाहता सी। मतलब वो सिर्फ अपने दोस्त की बातें करना चाहता था, और जो उसका भाई होता है वो इग्नोर करता है, वो बातों में इंटरेस्ट नहीं लेता। पिंड मुड़ के मान सिंह पिछां मुड़ के पिंड जाण दियां सलाहां विच सी। अमृतसरों रात दी गड्डी फड़ के उस सवेर वेले पिंड अपड़ सकदा सी। अपड़ मतलब पहुँच। ਭਾਵੇਂ ਆਪੋ ਆਪਣੀ ਥਾਈਂ ਸਾਰਿਆਂ ਨੇ ਉਸ ਨਾਲ ਕਾਫੀ ਉਚੇਚ ਕੀਤਾ ਸੀ, ਪਰ ਉਸ ਨੂੰ ਇਸ ਫੇਰੇ ਦਾ ਉਮੀਦ ਤੋਂ ਬਹੁਤ ਘੱਟ ਸਵਾਦ ਆਇਆ ਸੀ। ਇਸ ਵੇਲੇ ਵੀ ਅੰਦਰ ਉਸ ਲਈ ਚਾਹ ਤਿਆਰ ਹੋ ਰਹੀ ਸੀ ਤੇ ਡਿਓਢੀ ਵਿੱਚੋਂ ਉਹ ਇਕੱਲਾ ਹੀ ਸੀ। ਸਾਹਮਣੇ ਗਲੀ ਵਿੱਚ ਝੋਲਾ ਗਲ ਵਿੱਚ ਲਮਕਾਈ ਡਾਕੀਆ ਟੁਰਿਆ ਆਉਂਦਾ ਸੀ। ਪਹਿਲਾਂ ਤਾਂ ਇਸ ਤਰ੍ਹਾਂ ਲੱਗਾ ਜਿਵੇਂ ਉਹ ਟੁਰਦਾ ਸਿੱਧਾ ਹੀ ਅੱਗੇ ਲੰਘ ਜਾਵੇਗਾ, ਪਰ ਉਹ ਡਿਓਢੀ ਵਿੱਚ ਆ ਕੇ ਮੰਜੀ 'ਤੇ ਬੈਠ ਗਿਆ। ਕੀ ਲਿਆਏ ਹੋ? ਲਿਆਉਣਾ ਕੀ ਹੈ? ਆਹ ਪੈਨਸ਼ਨ ਆਈ ਹੈ ਵਿਚਾਰੇ ਕਰਮ ਸਿੰਘ ਦੀ। करम सिंह दी पेंशन? करम सिंह मारिया गया? बादशाह सारा इलाका तरास पिया करदा है ते तुसीं उसदे
घर बैठे पुछदे हो करम सिंह मारिया गया है। चिट्ठी आया ते अज 15 दिन हो गए ने। 2 कुछ बार मान सिंह नूं साह काला जिहा पिया। सिर तो नक तो उतले हिस्से दी एक मुठ जही मिटी गई ते फिर अखां राहीं पानी नुचड़न नाल ढिल्ली होण लगी। करम सिंह दा घर अंदर गया ਉਹਦਾ पिता उसका निक्का जिहा मुंडा उसनूं रोण विच मदद दे रहे सन। बापू ने बाहरों ही डाकिया बैठा वेख के समझ लिया सी कि गल निकल गई है, हुण भार चुकी फिरन दी कोई लोड़ नहीं। मतलब वो सोचता है कि बात अब मान सिंह को पता चल गई है कि करम सिंह की डेथ हो गई है। 8 पैरां दा दवा ढिला होया, अथरू वह तुरे। दोवें ढेर चिर कोल बैठे अपने आप नूं हौला करते रहे। फिर मान सिंह बोलिया, तुसां मैनूं आउंदे नूं ही क्यों ना दस्या। मतलब वो कहता है कि आप लोगों ने मुझे बताया क्यों नहीं। एवें ऐसा आख्या मुंडा छुट्टी आया है, यदि छुट्टी खराब ना होवे आपे छुट्टी कट के पलटन विच जावेगा, सुन लवेगा। फौजी नूं छुट्टी बहुत प्यारी हुंदी है, जिन्नी करम सिंह नूं प्यारी सी उन्नी ही तैनूं होऊ ना, सगों बहुती हो। बाहर दे पिंडां दे लोग तां सौण दे जम पालने, उन्हां नूं ते थोड़ा औख भी बहुता दिसदा होऊ, पर असीं गल लुकाउण विच रत्ता कामयाब नहीं होए, एवें बेसवादी ही कीती। मुड़दे होए मान सिंह ने माझे दे पिंड वेखे, जिन्हां दा बाबा जमपाल सी। इन्हां दुआले बचा लई किले कोट उसारे होए सन। ਥਾਂ मड़ियां ते समाधां सन, ਜਿਹੜੀਆਂ पिछलियां पीढ़ियां विच इन्हां लोकां दी ताकत ते धावा करन वालियां नाल लड़न मरन दी कहानी दसदियां सन। इसे करके बाबे दी सहन शक्ति इन्नी वधी होई सी कि ਉਹ ਦੂਜਿਆਂ ਨੂੰ ਹੌਲਾ ਕਰਨ ਲਈ आप होर भार चुकना चाहुंदा सी। मान सिंह ने सुनिया होया सी कि एक धौल है जो अपने सिंगां ते सारी धरती दा भार चुक के खड़ा रहिंदा है। उसनूं इस तरह लगा जिवें करम सिंह दा पिता भी वो धौल सी, मतलब वो बलद सी, वो बैल सी जिहड़ा भार थल्ले दबिया होण पिछों भी लोकां दा भार चुकना चाहुंदा सी। तां असीं इस कहानी विच पढ़िया कि इस कहानी के बारे कि इस दे विच किस तरीका जदों मान सिंह उन्होंने मिलन अपने दोस्त के घर जाता है तो उसनूं पता नहीं लगता, उसनूं लगता है कि वो बहुत अच्छा व्यवहार नहीं कर रहे, पर उसनूं पता लगता है कि उसकी दोस्त की मौत हो गई, पर फिर भी उस तो लुको रहे ने क्योंकि वो नहीं चाहते कि उसकी छुट्टी खराब होवे। तो अंत विच उसनूं पता लग जाता है तो वो बहुत दुखी हुंदा है। हुण असीं इसके शब्दां दे अर्थ पढ़दे हां। रैजीमेंट फौजी जत्था जो एक करनल के अधीन हुंदा है। फ्रंट सीमा सरहद लड़ाई का मोर्चा अगला पासा। मुढ़ कदीमा तो बहुत पुराने समय तो आदि काल तो घोड़ा बंदूक का वह पुर्जा जिसनूं दबाउण ते गोली चलती है। तराश करदा डरदा सहमिया होया दुहाई दिंदा। धौल एक मिथिहासक बलद जिस दे सिंगां उत्ते धरती खलोती दसी जाती है। सूल वांग चुभना बहुत तिखा दर्द होना गड्ढा। तो हुण असीं इस दे प्रश्नां दे उत्तर करते हैं। पहला प्रश्न है, करम सिंह दा सुभाਅ किहो जिहा सी। करम सिंह एक मिठ बोलड़ा व्यक्ति सी, इसे कारण जदों वो छुट्टी आउंदा तां हर आदमी उस नाल गल करनी चाहुंदा सी। ਉਹ सब नाल प्यार नाल पेश आउंदा सी। ਉਹ वधिया निशानची अते जिमनास्टिक दा खिडारी भी सी। फिर अगला प्रश्न है, करम सिंह के घरदिਆਂ ने मान सिंह की छुट्टी खराब होने तो बचाने लई उस नाल किहो जिहा विहार किया। उन्होंने करम सिंह की मौत की खबर मान सिंह कोलों लुको के रखी, इसलिए उन्होंने इस नाल बहुता अपनत वाला ते चंगा विहार ना किया। करम सिंह के बापू ने मान सिंह तो किहड़ी गल छुपाई ते क्यों। करम सिंह के बापू ने मान सिंह तो करम सिंह की मौत की गल छुपाई। अजिहा उसने इसलिए किया कि तां जो मान सिंह की छुट्टी खराब ना हो जाए, क्योंकि फौजी नूं छुट्टी बहुत प्यारी हुंदी है। फिर अगला प्रश्न है, मान सिंह अपने मित्र करम सिंह दियां रज के गल्लां क्यों करनियां चाहुंदा सी। मान सिंह करम सिंह दा पक्का मित्र सी। वो दोवें फौज विच इकट्ठे नौकरी करते सन। वो छुट्टी आया होया सी ते उसनूं आस सी कि करम सिंह दे घर वाले उस कोलों लड़ाई दीयां गल्लां बारे जरूर पुछणगे। वो अपनी मित्रता दर्शाउण लई भी अपने यार दीयां गल्लां रज के करना चाहुंदा सी। फिर अगला प्रश्न है, आ फड़ लै मुंडे नूं उधर रख, रोटी तां खा लैण दिया करो आराम नाल। करम सिंह दे बापू ने ये शब्द क्यों कहे। हुण इसदा असीं उत्तर देखदे हां। करम सिंह दे मुंडे दे कोल आउण ते मान सिंह ने उसनूं कुछड़ चुक के
ਕਿਹਾ ਕਿ ਉਹ ਉਸਦੇ ਨਾਲ ਹੀ ਆਪਣੇ ਬਾਪੂ ਕੋਲ ਚਲਾ ਚਲੇ। ਕਰਮ ਸਿੰਘ ਦੇ ਪਰਿਵਾਰ ਵਾਲੇ ਉਸਦੀ ਮੌਤ ਤੋਂ ਜਾਣੂ ਸਨ, ਇਸ ਲਈ ਇਹ ਗੱਲ ਕਰਮ ਸਿੰਘ ਦੇ ਬਾਪੂ ਨੂੰ ਚੰਗੀ ਨਹੀਂ ਲੱਗੀ ਸੀ। ਇਸ ਕਾਰਨ ਉਹਨਾਂ ਨੇ ਕਰਮ ਸਿੰਘ ਦੇ ਮੁੰਡੇ ਨੂੰ ਚੁੱਕ ਕੇ ਲੈ ਜਾਣ ਲਈ ਕਿਹਾ ਸੀ। ਡਾਕੀਏ ਨੂੰ ਦੇਖ ਕੇ ਕਰਮ ਸਿੰਘ ਦੇ ਬਾਪੂ ਦੇ ਮਨ ਵਿੱਚ ਕੀ ਵਿਚਾਰ ਆਏ? ਡਾਕੀਏ ਨੂੰ ਦੇਖ ਕੇ ਕਰਮ ਸਿੰਘ ਦੇ ਬਾਪੂ ਦੇ ਮਨ ਵਿੱਚ ਆਇਆ ਕਿ ਹੁਣ ਗੱਲ ਨਿਕਲ ਚੁੱਕੀ ਹੈ। ਉਹ ਆਪਣੇ ਪੁੱਤ ਦੀ ਮੌਤ ਦੀ ਗੱਲ ਉਸਦੇ ਯਾਰ ਕੋਲੋਂ ਲੁਕਾਉਣ ਵਿੱਚ ਕਾਮਯਾਬ ਨਹੀਂ ਹੋਏ। ਹੁਣ ਉਸਨੂੰ ਭਾਰ ਚੁੱਕੀ ਫਿਰਨ ਦੀ ਕੋਈ ਲੋੜ ਨਹੀਂ ਹੈ। ਲੋੜ ਮਤਲਬ ਜ਼ਰੂਰਤ। ਮਾਨ ਸਿੰਘ ਨੇ ਕਰਮ ਸਿੰਘ ਦੇ ਬਾਪੂ ਨੂੰ ਧਰਤੀ ਹੇਠਲਾ ਬਲਦ ਕਿਉਂ ਕਿਹਾ? ਬਾਪੂ ਨੇ ਆਪਣੇ ਫੌਜੀ ਪੁੱਤ ਦੇ ਯਾਰ ਦੀ ਛੁੱਟੀ ਖਰਾਬ ਹੋਣ ਤੋਂ ਬਚਾਉਣ ਲਈ ਆਪਣੇ ਲਾਡਲੇ ਦੀ ਮੌਤ ਦੀ ਖਬਰ ਉਸ ਕੋਲੋਂ ਲੁਕੋ ਕੇ ਰੱਖੀ। ਇਸ ਲਈ ਮਾਨ ਸਿੰਘ ਨੂੰ ਜਾਪਦਾ ਹੈ ਕਿ ਕਰਮ ਸਿੰਘ ਦਾ ਬਾਪੂ ਧਰਤੀ ਹੇਠਲਾ ਬਲਦ ਹੀ ਹੈ, ਜਿਹੜਾ ਪਹਿਲਾਂ ਹੀ ਭਾਰ ਚੁੱਕੇ ਹੋਣ ਦੇ ਬਾਵਜੂਦ ਦੂਸਰਿਆਂ ਦਾ ਭਾਰ ਵੀ ਆਪਣੇ ਸਿਰ ਚੁੱਕਣ ਲਈ ਤਿਆਰ ਸੀ। ਤਾਂ ਅਸੀਂ ਇਸ ਪਾਠ ਨੂੰ ਪੜ੍ਹਿਆ, ਇਸ ਦੇ ਪ੍ਰਸ਼ਨ ਉੱਤਰ ਕਰੇ ਹਨ। ਇਸ ਦਾ ਇੱਕ ਪਹਿਲਾ ਪ੍ਰਸ਼ਨ ਹੁੰਦਾ ਹੈ ਕਿ ਇਸ ਪਾਠ ਦਾ ਸਾਰ ਲਿਖੋ। ਤਾਂ ਉਸ ਸਾਰ ਦੇ ਵਿੱਚ ਤੁਸੀਂ ਜੋ ਕਹਾਣੀ ਪੜ੍ਹੀ ਹੁੰਦੀ ਹੈ ਉਸਨੂੰ ਛੋਟੇ ਰੂਪ ਦੇ ਵਿੱਚ ਅਗਰ ਇਹ ਕੁਐਸਚਨ ਆ ਜਾਂਦਾ ਹੈ, ਮਤਲਬ ਕਿ ਧਰਤੀ ਹੇਠਲਾ ਬਲਦ ਕਹਾਣੀ ਦਾ ਸਾਰ ਲਿਖੋ, ਤਾਂ ਇਸ ਦਾ ਸਾਰ ਲਿਖਣਾ ਹੈ। ਤੁਸੀਂ ਆਪਣੇ ਸ਼ਬਦਾਂ ਵਿੱਚ ਉਸਨੂੰ ਛੋਟਾ ਕਰਕੇ ਵੀ ਲਿਖ ਸਕਦੇ ਹੋ। ਤਾਂ ਇਹਨਾਂ ਦੇ ਪਹਿਲਾਂ ਇਸ ਕਹਾਣੀ ਨੂੰ ਪੜ੍ਹਨਾ ਹੈ, ਸਮਝਣਾ ਹੈ, ਫਿਰ ਇਸ ਦੇ ਪ੍ਰਸ਼ਨ ਉੱਤਰ ਕਰਨੇ ਹਨ। ਧੰਨਵਾਦ।